ਹੈਲੋ ਸਟੂਡੈਂਟਸ। ਇਸ ਵੀਡੀਓ ਲੈਕਚਰ ਵਿੱਚ ਆਪਾਂ 12th ਗ੍ਰੇਡ ਦੇ ਜੋ 6th ਥੀਮ ਹੈ ਭਗਤੀ ਸੂਫੀ ਟ੍ਰੈਡੀਸ਼ਨਸ ਇਸ ਬਾਰੇ ਪੜ੍ਹਨ ਜਾ ਰਹੇ ਹਾਂ। ਇਹ ਇਸ ਚੈਪਟਰ ਦਾ ਫਸਟ ਵੀਡੀਓ ਲੈਕਚਰ ਹੈ। ਮੈਂ ਲਾਈਨ ਟੂ ਲਾਈਨ ਪੰਜਾਬੀ ਕਰਾਂਗਾ ਇਸ ਚੈਪਟਰ ਦੀ, ਤੇ ਤੁਹਾਡੇ ਲਈ ਵਧੀਆ ਹੋਵੇਗਾ ਜੇਕਰ ਤੁਸੀਂ ਆਪਣੀ ਹਿਸਟਰੀ ਦੀ ਬੁੱਕ ਆਪਣੇ ਸਾਹਮਣੇ ਰੱਖੋ। ਲੈਟਸ ਸਟਾਰਟ। ਹੁਣ ਤੱਕ ਅਸੀਂ ਇਹ ਦੇਖਿਆ ਹੈ ਕਿ ਜੋ ਮਿਡ ਫਸਟ ਮਿਲੇਨੀਅਮ ਸੀ, ਉਦੋਂ ਤੱਕ ਸਾਡੇ ਦੇਸ਼ ਦੀ ਧਰਤੀ ਅਲੱਗ-ਅਲੱਗ ਰਿਲੀਜੀਅਸ ਸਟਰਕਚਰ ਨਾਲ ਭਰ ਚੁੱਕੀ ਸੀ। ਬਹੁਤ ਸਾਰੇ ਅਲੱਗ-ਅਲੱਗ ਕੀ ਸੀਗੇ ਧਰਮ ਪੈਦਾ ਹੋ ਚੁੱਕੇ ਸਨ ਫਸਟ ਮਿਲੇਨੀਅਮ ਦੇ ਮੱਧ ਤੱਕ। ਜਿਵੇਂ ਸਤੂਪਾ ਸੀ, ਟੈਂਪਲ ਸੀ, ਮੋਨੈਸਟਰੀਜ਼ ਕੀ ਹੁੰਦੀਆਂ ਜਿਸ ਵਿੱਚ ਮੌਂਕਸ ਵਗੈਰਾ ਹੁੰਦੇ ਆ, ਤੇ ਸਾਰੇ ਆਪਣੀ ਆਪਣੀ ਮਾਨਤਾ ਵੀ ਰੱਖਦੇ ਸੀ। ਲੋਕ ਮੰਨਦੇ ਸੀ ਅਲੱਗ-ਅਲੱਗ ਇਹਨਾਂ ਨੂੰ। ਕੁਝ ਧਰਮ ਅਜਿਹੇ ਹਨ ਜਿਨ੍ਹਾਂ ਬਾਰੇ ਸਾਨੂੰ ਟੈਕਸਚੁਅਲ ਮਟੀਰੀਅਲ ਤੋਂ ਪਤਾ ਲੱਗਿਆ ਤੇ ਇਤਿਹਾਸ ਨੂੰ ਦੁਬਾਰਾ ਅਸੀਂ ਕੰਸਟਰਕਟ ਕਰ ਸਕੇ। ਜੋ ਲਿਖਤ ਮਟੀਰੀਅਲ ਸਾਨੂੰ ਮਿਲਿਆ ਹੈ ਨਾ ਉਸ ਸਮੇਂ ਬਾਰੇ, ਕੁਝ ਧਰਮਾਂ ਬਾਰੇ ਸਾਨੂੰ ਲਿਖਤੀ ਮਟੀਰੀਅਲ ਮਿਲਿਆ ਹੈ, ਕੁਝ ਸਾਨੂੰ ਉਹਨਾਂ ਤੋਂ ਪਤਾ ਲੱਗਿਆ ਹੈ ਤੇ ਅਸੀਂ ਇਤਿਹਾਸ ਬਾਰੇ ਜਾਣ ਸਕੇ। ਇਹਨਾਂ ਵਿੱਚ ਜਿਵੇਂ ਪੁਰਾਣ ਵਗੈਰਾ ਹੋ ਗਏ, ਪੁਰਾਣਾਂ ਤੋਂ ਸਾਨੂੰ ਪਤਾ ਲੱਗਿਆ ਹੈ। ਜਿਨ੍ਹਾਂ ਤੋਂ ਵੀ ਉਹਨਾਂ ਧਰਮਾਂ ਬਾਰੇ ਹੁਣ ਪਤਾ ਲਗਾਇਆ ਜਾ ਸਕਿਆ ਹੈ। ਕਈ ਧਰਮਾਂ ਬਾਰੇ ਹੁਣ ਇਹ ਵੇਖੋ ਵੀ ਰਿਟਨ ਰਿਕਾਰਡਸ ਬਹੁਤ ਧੁੰਦਲਾ ਜਿਹਾ ਹੀ ਸਾਨੂੰ ਮਿਲਿਆ ਹੈ। ਚੰਗੀ ਤਰ੍ਹਾਂ ਵੀ ਰਿਕਾਰਡ ਕਈ ਧਰਮਾਂ ਬਾਰੇ ਸਾਨੂੰ ਕਲੀਅਰ ਨਹੀਂ ਮਿਲ ਸਕਿਆ। ਜੋ ਨਵੇਂ ਟੈਕਸਚੁਅਲ ਸੋਰਸਸ ਮਿਲੇ ਹਨ ਇਸ ਸਮੇਂ ਦੇ ਪੋਇਟ ਸੇਂਟਸ ਨਾਲ ਸੰਬੰਧਿਤ ਹਨ। ਜੋ ਨਵੇਂ ਮਿਲੇ ਆ ਨਾ ਟੈਕਸਚੁਅਲ ਰਿਸੋਰਸਸ, ਲਿਖਤੀ ਜੋ ਰਿਸੋਰਸਸ ਮਿਲੇ ਆ, ਇਸ ਸਮੇਂ ਦੇ ਪੋਇਟ ਸੇਂਟਸ ਜੋ ਸਨ ਉਹਨਾਂ ਨਾਲ ਸੰਬੰਧਿਤ ਹਨ। ਇਹ ਪੋਇਟ ਸੇਂਟਸ ਆਪਣੇ ਵਿਚਾਰ ਖੇਤਰੀ ਭਾਸ਼ਾ ਵਿੱਚ ਬੋਲ ਕੇ ਦਿੰਦੇ ਸਨ ਜਾਂ ਗਾ ਕੇ ਸਿੱਖਿਆਵਾਂ ਆਪਣੀਆਂ ਦਿੰਦੇ ਸਨ। ਜੋ ਵੀ ਇਹਨਾਂ ਦੇ ਵਿਚਾਰ ਹੁੰਦੇ ਸੀ ਉਹ ਗਾ ਕੇ ਤੇ ਲੋਕਾਂ ਦੀ ਭਾਸ਼ਾ ਵਿੱਚ ਲੋਕਾਂ ਨੂੰ ਸੁਣਾਉਂਦੇ ਸਨ ਅਤੇ ਸਿੱਖਿਆਵਾਂ ਦਿੰਦੇ ਸਨ। ਇਹ ਕੰਪੋਜੀਸ਼ਨਸ ਜੋ ਅਕਸਰ ਮਿਊਜ਼ਿਕ ਦੇ ਨਾਲ ਗਾ ਕੇ ਸੁਣਾਈਆਂ ਜਾਂਦੀਆਂ ਸਨ, ਇਹਨਾਂ ਲੋਕਾਂ ਦੀ ਭਾਸ਼ਾ ਵਿੱਚ ਆਪਣੇ ਵਿਚਾਰ ਉਹਨਾਂ ਸਾਹਮਣੇ ਰੱਖਦੇ ਸਨ ਵੀ ਜੋ ਵੀ ਲੋਕਾਂ ਦੀ ਭਾਸ਼ਾ ਹੈ ਨਾ, ਬਿਲਕੁਲ ਸਿੰਪਲ ਲੈਂਗੁਏਜ ਵਿੱਚ ਇਹ ਆਪਣੇ ਵਿਚਾਰ ਲੋਕਾਂ ਦੇ ਸਾਹਮਣੇ ਰੱਖਦੇ ਪੋਇਟ ਸੇਂਟਸ। ਜੋ ਵੀ ਇਹ ਕੰਪੋਜੀਸ਼ਨ ਸਨ ਜੋ ਮਿਊਜ਼ਿਕ ਦੇ ਨਾਲ ਗਾ ਕੇ ਸੁਣਾਈਆਂ ਜਾਂਦੀਆਂ ਸਨ, ਉਹ ਉਸ ਪੋਇਟ ਸੇਂਟ ਦੀ ਜਦ ਮੌਤ ਹੋ ਜਾਂਦੀ ਉਸ ਤੋਂ ਬਾਅਦ ਕੀ ਹੈ, ਇਹ ਕੰਪੋਜੀਸ਼ਨਸ ਜੋ ਹੁੰਦੀਆਂ ਸਨ ਉਹਨਾਂ ਦੇ ਚੇਲਿਆਂ ਦੁਆਰਾ, ਉਹਨਾਂ ਨੂੰ ਜੋ ਮੰਨਦੇ ਸਨ ਉਹਨਾਂ ਦੁਆਰਾ ਇਕੱਠੀਆਂ ਕੀਤੀਆਂ ਜਾਂਦੀਆਂ ਸਨ ਤੇ ਉਹਨਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਸੀ। ਜੋ ਇਹ ਚੇਲੇ ਹੁੰਦੇ ਸਨ ਪੋਇਟ ਸੇਂਟਸ ਦੇ, ਜਾਂ ਉਹਨਾਂ ਦੀਆਂ ਕੋਈ ਅਗਲੀਆਂ ਪੀੜ੍ਹੀਆਂ ਹੁੰਦੀਆਂ ਸਨ ਪੋਇਟ ਸੇਂਟਸ ਦੀਆਂ, ਉਹਨਾਂ ਨੇ ਕੀ ਹੈ ਓਰੀਜਨਲ ਮੈਸੇਜ ਨੂੰ ਉਸੇ ਤਰ੍ਹਾਂ ਹੀ ਅੱਗੇ ਵਧਾਇਆ। ਜੋ ਪੋਇਟ ਸੇਂਟ ਦੀ ਅਸਲੀ ਸਿੱਖਿਆ ਹੁੰਦੀ ਸੀ, ਕੋਈ ਵੀ ਉਹਨਾਂ ਦੁਆਰਾ ਮੈਸੇਜ ਦਿੱਤਾ ਹੁੰਦਾ ਸੀ, ਉਸੇ ਨੂੰ ਉਹਨਾਂ ਨੇ ਕੀ ਹੈ ਅੱਗੇ ਵਧਾਇਆ। ਤੇ ਬਹੁਤ ਘੱਟ ਵਾਰ ਅਜਿਹਾ ਹੋਇਆ ਕਿ ਉਹਨਾਂ ਨੇ ਓਰੀਜਨਲ ਵਿਚਾਰਾਂ ਦੇ ਵਿੱਚ ਥੋੜ੍ਹਾ ਚੇਂਜ ਕੀਤਾ ਹੋਵੇ। ਇਹ ਉਹਨਾਂ ਨੇ ਇਸ ਲਈ ਕੀਤਾ ਕਿ ਜੋ ਵੀ ਵਿਚਾਰ ਉਹਨਾਂ ਨੂੰ ਇਸ ਤਰ੍ਹਾਂ ਲੱਗੇ ਕਿ ਉਹ ਉਹਨਾਂ ਦੇ ਪੋਲੀਟੀਕਲ, ਸੋਸ਼ਲ ਜਾਂ ਕਲਚਰਲ ਹਾਲਾਤ ਹਨ, ਜੋ ਉਸ ਸਮੇਂ ਦੇ ਪੋਲੀਟੀਕਲ ਸਥਿਤੀ ਹੈ ਜਾਂ ਕਲਚਰਲ ਸਥਿਤੀ ਹੈ ਜਾਂ ਸੋਸ਼ਲ ਸਮਾਜ ਕਿਹੋ ਜਿਹਾ ਹੈ, ਉਸ ਦੇ ਅਨੁਸਾਰ ਜੇਕਰ ਉਹਨਾਂ ਨੂੰ ਲੱਗੇ ਕਿ ਇਹ ਠੀਕ ਨਹੀਂ ਹਨ, ਕੋਈ ਇਹਦੇ ਨਾਲ ਕੀ ਹੈ ਕੋਈ ਲੜਾਈ ਝਗੜਾ ਹੋ ਸਕਦਾ ਹੈ, ਤਾਂ ਉਹਨਾਂ ਦੇ ਅਕੋਰਡਿੰਗ ਕੋਈ ਜਾਂ ਕੋਈ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ, ਤਾਂ ਉਹਨਾਂ ਨੇ ਛੱਡ ਦਿੱਤਾ। ਜੋ ਪੁਰਾਣੇ ਪੋਇਟ ਸੇਂਟਸ ਦੇ ਵਿਚਾਰ ਸਨ ਉਹਨਾਂ ਦੇ ਵਿੱਚੋਂ ਉਹ ਚੀਜ਼ਾਂ ਇਹਨਾਂ ਨੇ ਅੱਗੇ ਛੱਡ ਦਿੱਤੀਆਂ ਜੋ ਕੀ ਹੈ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦੀਆਂ ਸਨ। ਹੁਣ ਇਸ ਤਰ੍ਹਾਂ ਦੇ ਸੋਰਸਸ ਨੂੰ ਯੂਜ਼ ਕਰਨਾ ਹਿਸਟੋਰੀਅਨ ਵਾਸਤੇ ਬਹੁਤ ਵੱਡਾ ਚੈਲੰਜ ਸੀ, ਕਿਉਂਕਿ ਉਹਨਾਂ ਦੇ ਵਿੱਚ ਕੀ ਹੈ ਥੋੜ੍ਹਾ ਬਹੁਤ ਫੇਰ ਬਦਲ ਕੀਤਾ ਗਿਆ ਸੀ। ਅੱਗੇ ਦੀ ਅੱਗੇ ਜੋ ਨਵੀਆਂ ਪੀੜ੍ਹੀਆਂ ਆਈਆਂ ਉਹਨਾਂ ਨੇ ਪੋਇਟ ਸੇਂਟਸ ਦੇ ਜੋ ਵਿਚਾਰ ਸਨ, ਜੋ ਹੁਣ ਵਾਲਿਆਂ ਨੂੰ ਠੀਕ ਨਾ ਲੱਗੇ, ਉਹਨਾਂ ਨੇ ਉਹਨਾਂ ਵਿੱਚ ਕੱਟ ਵੱਢ ਕਰ ਦਿੱਤੀ ਸੀ। ਤੇ ਇਹ ਗੱਲ ਹੁਣ ਕੀ ਹੈ ਹਿਸਟੋਰੀਅਨਸ ਵਾਸਤੇ ਬੜਾ ਔਖਾ ਹੋ ਗਿਆ ਕਿ ਬਿਲਕੁਲ ਉਸੇ ਤਰ੍ਹਾਂ ਹੀ ਇਤਿਹਾਸ ਨੂੰ ਇੱਕ ਤਰ੍ਹਾਂ ਰੀਕਨਸਟਰਕਟ ਕਰਨਾ। ਹਿਸਟੋਰੀਅਨਸ ਨੇ ਹੈਗਿਓਗ੍ਰਾਫੀਜ਼ ਵੱਲ ਵੀ ਧਿਆਨ ਦਿੱਤਾ। ਜੋ ਸੇਂਟਸ ਦੇ ਫੋਲੋਅਰ ਸੀ, ਸੇਂਟਸ ਬਾਰੇ ਉਹਨਾਂ ਨੇ ਲਿਖਿਆ, ਇਹਨਾਂ ਨੂੰ ਹੈਗਿਓਗ੍ਰਾਫੀਜ਼ ਕਿਹਾ ਜਾਂਦਾ ਹੈ। ਵੀ ਜੇ ਕਿਸੇ ਮਹਾਨ ਵਿਅਕਤੀ ਬਾਰੇ, ਕੋਈ ਸੇਂਟਸ ਵਗੈਰਾ ਬਾਰੇ ਕੋਈ ਲਿਖਿਆ ਜਾਂਦਾ ਹੈ ਉਹਨਾਂ ਨੂੰ ਮੰਨਣ ਵਾਲਿਆਂ ਦੁਆਰਾ, ਤਾਂ ਉਹਨਾਂ ਨੂੰ ਕੀ ਕਹਿੰਦੇ ਆ ਅਸੀਂ ਹੈਗਿਓਗ੍ਰਾਫੀਜ਼ ਕਹਿੰਦੇ ਆ। ਤੇ ਸਾਡੇ ਜੋ ਹਿਸਟੋਰੀਅਨਸ ਹਨ ਉਹਨਾਂ ਨੇ ਹੈਗਿਓਗ੍ਰਾਫੀਜ਼ ਵੱਲ ਵੀ ਧਿਆਨ ਦਿੱਤਾ। ਇਸ ਤਰ੍ਹਾਂ ਹਿਸਟੋਰੀਅਨਸ ਨੂੰ ਇਹ ਆਈਡੀਆ ਮਿਲਿਆ ਕਿ ਉਸ ਸਮੇਂ ਜੋ ਭਗਤ ਆਪਣੇ ਪੋਇਟ ਸੇਂਟਸ ਬਾਰੇ ਕਿਸ ਤਰ੍ਹਾਂ ਸੋਚਦੇ ਸਨ, ਕਿਉਂਕਿ ਜਦ ਉਹਨਾਂ ਪੋਇਟ ਸੇਂਟਸ ਦੇ ਬਾਰੇ ਇਹ ਹੈਗਿਓਗ੍ਰਾਫੀਜ਼ ਉਹਨਾਂ ਦੇ ਭਗਤਾਂ ਨੇ ਲਿਖੀਆਂ ਸੀ, ਤਾਂ ਸਾਡੇ ਹਿਸਟੋਰੀਅਨਸ ਨੂੰ ਇਹ ਗੱਲ ਕਲੀਅਰ ਹੋ ਗਈ ਕਿ ਜੋ ਭਗਤ ਸਨ ਉਹ ਆਪਣੇ ਪੋਇਟ ਸੇਂਟਸ ਦੇ ਬਾਰੇ ਕਿਸ ਤਰ੍ਹਾਂ ਲਿਖਦੇ ਸਨ।
ਇਹਨਾਂ ਸੋਰਸਸ ਤੋਂ ਸਾਨੂੰ ਬਹੁਤ ਕੁਝ ਪਤਾ ਲੱਗਦਾ ਹੈ। ਇਹੀ ਸਭ ਕੁਝ ਆਪਾਂ ਇਸ ਚੈਪਟਰ ਵਿੱਚ ਪੜਾਂਗੇ। ਇਹ ਹੁਣ ਤੱਕ ਜੋ ਤੁਹਾਨੂੰ ਮੈਂ ਇੱਕ ਪੈਸੇਜ ਦੱਸਿਆ ਹੈ, ਇਹ ਪੂਰੇ ਚੈਪਟਰ ਦੇ ਬਾਰੇ ਹੀ ਦੱਸਿਆ ਹੈ ਕਿ ਅਸੀਂ ਕੀ ਪੜ੍ਹਨ ਜਾ ਰਹੇ ਹਾਂ ਅੱਗੇ। ਫਸਟ ਪੁਆਇੰਟ ਤੁਹਾਡਾ ਕੀ ਹੈ? ਇਹ ਮੋਸੈਕ ਆਫ ਰਿਲੀਜੀਅਸ ਬਿਲੀਵਸ ਐਂਡ ਪ੍ਰੈਕਟਿਸ। ਜੋ ਸਭ ਤੋਂ ਮੁੱਖ ਤੱਥ ਇਸ ਸਮੇਂ ਦਾ ਸੀ ਉਹ ਇਹ ਸੀ ਕਿ ਦੇਵੀ ਦੇਵਤਿਆਂ ਦੇ ਬੁੱਤ ਵੀ ਬਹੁਤ ਸਾਰੇ ਵੱਧ ਗਏ ਸਨ ਇਸ ਸਮੇਂ ਵਿੱਚ, ਤੇ ਟੈਕਸਸ ਵੀ ਉਹਨਾਂ ਬਾਰੇ ਬਹੁਤ ਸਨ। ਹੁਣ ਦੇਖੋ, ਲਿਖਤਾਂ ਵੀ ਬਹੁਤ ਸਾਰੀਆਂ ਸਾਨੂੰ ਮਿਲੀਆਂ ਹਨ ਤੇ ਦੇਵੀ ਦੇਵਤਿਆਂ ਦੇ ਬੁੱਤ ਬਹੁਤ ਸਾਰੇ ਉਸ ਸਮੇਂ ਜੋ ਵੱਧ ਗਏ ਸਨ ਉਹ ਸਾਨੂੰ ਮਿਲੇ ਹਨ। ਮੁੱਖ ਤੌਰ ਤੇ ਜੋ ਦੇਵਤੇ ਸੀ, ਵਿਸ਼ਨੂੰ ਤੇ ਸ਼ਿਵ ਸੀ, ਤੇ ਦੇਵੀ ਮਾਂ ਸੀ। ਉਹਨਾਂ ਨੂੰ ਹੀ ਅਲੱਗ-ਅਲੱਗ ਰੂਪਾਂ ਵਿੱਚ ਪੂਜਿਆ ਜਾਂਦਾ ਸੀ। ਮੁੱਖ ਦੇਵਤੇ ਸ਼ਿਵ ਸੀ, ਵਿਸ਼ਨੂੰ ਸੀ ਤੇ ਦੇਵੀ ਮਾਂ ਸੀ। ਇਹਨਾਂ ਦੇ ਅਲੱਗ-ਅਲੱਗ ਰੂਪ ਅਲੱਗ-ਅਲੱਗ ਇਲਾਕਿਆਂ ਵਿੱਚ ਪੂਜੇ ਜਾਂਦੇ ਸਨ। ਇੰਟੀਗ੍ਰੇਸ਼ਨ ਆਫ ਕਲਟਸ, ਯਾਨੀ ਕਿ ਕੰਬੀਨੇਸ਼ਨ। ਕਲਟਸ ਕੀ ਹੁੰਦੇ ਆ? ਕੋਈ ਰਿਲੀਜੀਅਸ ਸਿਸਟਮ ਹੁੰਦਾ ਜੋ ਵਰਸ਼ਿਪ ਦਾ, ਕੋਈ ਧਾਰਮਿਕ ਸਿਸਟਮ ਹੁੰਦਾ ਪੂਜਾ ਕਰਨ ਦਾ, ਉਸਨੂੰ ਕਲਟਸ ਕਹਿ ਦਿੰਦੇ ਹਾਂ ਅਸੀਂ। ਇੰਟੀਗ੍ਰੇਸ਼ਨ ਆਫ ਕਲਟਸ ਕੀ ਹੋ ਗਿਆ? ਕੰਬੀਨੇਸ਼ਨ ਆਫ, ਵੀ ਬਹੁਤ ਸਾਰੇ ਜੋ ਕੀ ਸੀਗੇ ਰਿਲੀਜੀਅਸ ਸਿਸਟਮ ਸੀ ਅਲੱਗ-ਅਲੱਗ, ਉਹਨਾਂ ਦੇ ਪੂਜਾ ਦਾ ਢੰਗ। ਜਿਨ੍ਹਾਂ ਇਤਿਹਾਸਕਾਰਾਂ ਨੇ ਇਸ ਡਿਵੈਲਪਮੈਂਟ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਦੱਸਿਆ ਕਿ ਉਸ ਸਮੇਂ ਦੋ ਤਰੀਕੇ ਕੰਮ ਕਰ ਰਹੇ ਸਨ। ਦੋ ਤਰੀਕੇ ਕਿਹੜੇ ਸਨ? ਇੱਕ ਤਾਂ ਬ੍ਰਾਹਮਣੀਕਲ ਵਿਚਾਰਾਂ ਨੂੰ ਫੈਲਾਇਆ ਜਾ ਰਿਹਾ ਸੀ, ਬ੍ਰਾਹਮਣਾਂ ਦੇ ਵਿਚਾਰਾਂ ਨੂੰ ਫੈਲਾਇਆ ਜਾ ਰਿਹਾ ਸੀ। ਇਸ ਦਾ ਪਤਾ ਸਾਨੂੰ ਉਹਨਾਂ ਸੰਸਕ੍ਰਿਤ ਲਿਖਤਾਂ ਤੋਂ ਮਿਲਦਾ ਹੈ ਜੋ ਕਿ ਬਹੁਤ ਸਰਲ ਭਾਸ਼ਾ ਵਿੱਚ ਲਿਖੀਆਂ ਗਈਆਂ ਸਨ। ਉਹ ਵੀ ਸਾਨੂੰ ਮਿਲੀਆਂ ਹਨ, ਜਿਨ੍ਹਾਂ ਨੂੰ ਸੰਭਾਲ ਕੇ ਰੱਖਿਆ ਗਿਆ ਸੀ, ਖਾਸ ਤੌਰ ਤੇ ਔਰਤਾਂ ਤੇ ਸ਼ੂਦਰਾਂ ਵਾਸਤੇ, ਜਿਨ੍ਹਾਂ ਨੂੰ ਵੇਦ ਨਹੀਂ ਪੜ੍ਹਨ ਦਿੱਤੇ ਜਾਂਦੇ ਸਨ। ਤਾਂ ਉਹਨਾਂ ਨੂੰ ਕੀ ਹੈ, ਜਿਹੜੇ ਸ਼ੂਦਰ ਵਿਅਕਤੀ ਸੀ, ਨੀਵੀਂ ਜਾਤੀ ਦੇ ਸੀ ਜਾਂ ਔਰਤਾਂ ਸੀ, ਇਹਨਾਂ ਨੂੰ ਵੇਦ ਤਾਂ ਪੜ੍ਹਨ ਲਈ ਨਹੀਂ ਦਿੱਤੇ ਜਾਂਦੇ ਸਨ, ਪਰ ਸੰਸਕ੍ਰਿਤ ਦੇ ਵਿੱਚ ਹੀ ਇਹਨਾਂ ਵਾਸਤੇ ਕੁਝ ਹੋਰ ਲਿਖਤਾਂ ਬ੍ਰਾਹਮਣਾਂ ਨੇ ਬਣਾ ਦਿੱਤੀਆਂ ਸਨ ਤੇ ਉਹ ਇਹਨਾਂ ਨੂੰ ਪੜ੍ਹਨ ਵਾਸਤੇ ਦਿੱਤੀਆਂ ਜਾਂਦੀਆਂ ਸਨ। ਇੱਕ ਤਾਂ ਇਸ ਤਰ੍ਹਾਂ ਦਾ ਸਿਸਟਮ ਸੀ। ਦੂਸਰਾ ਤਰੀਕਾ ਇਹ ਸੀ ਕਿ ਬ੍ਰਾਹਮਣਾਂ ਨੇ ਹੋਰ ਸੋਸ਼ਲ ਕੈਟੇਗਰੀਜ਼ ਦੀਆਂ ਮਾਨਤਾਵਾਂ ਤੇ ਵਿਸ਼ਵਾਸਾਂ ਨੂੰ ਵੀ ਸਵੀਕਾਰ ਕੀਤਾ। ਹੁਣ ਬ੍ਰਾਹਮਣਾਂ ਨੇ ਜੋ ਹੋਰ ਮਾਨਤਾਵਾਂ ਸੀ, ਹੋਰ ਕੈਟੇਗਰੀਜ਼ ਦੀਆਂ, ਉਹਨਾਂ ਦੀਆਂ ਸਿੱਖਿਆਵਾਂ ਸੀ, ਉਹਨਾਂ ਨੂੰ ਵੀ ਸਵੀਕਾਰ ਕੀਤਾ ਤੇ ਆਪਣੇ ਵਿਚਾਰਾਂ ਦੇ ਨਾਲ-ਨਾਲ ਉਹਨਾਂ ਦੇ ਵਿਚਾਰਾਂ ਉੱਤੇ ਵੀ ਦੁਬਾਰਾ ਵਿਚਾਰ ਕਰਨੇ ਸ਼ੁਰੂ ਕਰ ਦਿੱਤੇ। ਭਾਵ ਸਾਰੇ ਤਰ੍ਹਾਂ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝਣਾ ਸ਼ੁਰੂ ਕੀਤਾ। ਨਵੇਂ ਜੋ ਵੀ ਵਿਸ਼ਵਾਸ, ਰੀਤੀ ਰਿਵਾਜ ਬਣੇ, ਉਹ ਪੁਰਾਣੇ ਰੀਤੀ ਰਿਵਾਜਾਂ ਤੇ ਵਿਸ਼ਵਾਸਾਂ ਦੇ ਆਧਾਰ ਉੱਤੇ ਹੀ ਬਣਾਏ ਗਏ। ਇਸ ਦੀ ਇੱਕ ਮੁੱਖ ਉਦਾਹਰਨ ਸਾਨੂੰ ਪੂਰੀ ਉੜੀਸਾ ਵਿੱਚੋਂ ਮਿਲਦੀ ਹੈ, ਜਿੱਥੋਂ ਦੇ ਮੁੱਖ ਭਗਵਾਨ ਜਗਨਨਾਥ ਮੰਨੇ ਗਏ, ਭਾਵ ਦੁਨੀਆ ਦਾ ਮਾਲਕ। ਇਹ ਵੀ ਵਿਸ਼ਨੂੰ ਦੀ ਹੀ ਇੱਕ ਪ੍ਰਤਿਮਾ ਸੀ, ਵਿਸ਼ਨੂੰ ਦਾ ਹੀ ਇੱਕ ਰੂਪ ਸੀ ਇਹ। ਉੱਥੇ ਪੁਰੀ ਦੇ ਵਿੱਚ, ਉੜੀਸਾ ਦੇ ਵਿੱਚ ਕੀ ਹੈ, ਵਿਸ਼ਨੂੰ ਦਾ ਹੀ ਇੱਕ ਰੂਪ ਬਣਾਇਆ ਗਿਆ ਤੇ ਉਸਨੂੰ ਜਗਨਨਾਥ ਭਗਵਾਨ ਦਾ ਨਾਮ ਦਿੱਤਾ ਗਿਆ। ਜੇਕਰ ਤੁਸੀਂ ਜਗਨਨਾਥਪੁਰੀ ਵਿੱਚ ਵਿਸ਼ਨੂੰ ਦੀ ਮੂਰਤੀ ਨੂੰ ਧਿਆਨ ਨਾਲ ਦੇਖੋ ਤਾਂ ਤੁਸੀਂ ਦੇਖੋਗੇ ਕਿ ਉਸਨੂੰ ਇੱਕ ਬੜੇ ਹੀ ਅਲੱਗ ਤਰੀਕੇ ਨਾਲ ਦਰਸਾਇਆ ਗਿਆ ਹੈ। ਇਹ ਉਹਨਾਂ ਦੇ ਇੱਕ ਲੋਕਲ ਦੇਵਤਾ ਮੰਨੇ ਜਾਂਦੇ ਸੀ ਤੇ ਇਹਨਾਂ ਦੀ ਮੂਰਤੀ ਉੱਥੋਂ ਦੇ ਲੋਕਲ ਕਬੀਲੇ ਦੁਆਰਾ ਲੱਕੜੀ ਦੀ ਬਣਾਈ ਗਈ ਸੀ ਤੇ ਉਹ ਇਸ ਨੂੰ ਵਿਸ਼ਨੂੰ ਦਾ ਹੀ ਇੱਕ ਰੂਪ ਮੰਨਦੇ ਸੀ। ਦੇਸ਼ ਦੇ ਹੋਰ ਭਾਗਾਂ ਵਿੱਚ ਵਿਸ਼ਨੂੰ ਦੀਆਂ ਜੋ ਮੂਰਤੀਆਂ ਸਾਨੂੰ ਮਿਲਦੀਆਂ ਹਨ, ਉਹ ਕੀ ਹੈ, ਇਸ ਤੋਂ ਥੋੜੇ ਅਲੱਗ ਤਰੀਕੇ ਦੀਆਂ ਸਨ। ਇਸੇ ਤਰ੍ਹਾਂ ਦੀਆਂ ਜੋ ਹੋਰ ਉਦਾਹਰਨਾਂ ਸਾਨੂੰ ਦੇਵੀਆਂ ਦੇ ਗਰੁੱਪ ਵਿੱਚ ਵੀ ਦੇਖਣ ਨੂੰ ਮਿਲਦੀਆਂ ਹਨ। ਇਹ ਤਾਂ ਪਹਿਲਾਂ ਦੇਵਤਿਆਂ ਦੀ ਗੱਲ ਆਪਾਂ ਕਰ ਰਹੇ ਸੀ, ਵਿਸ਼ਨੂੰ ਭਗਵਾਨ ਦੀ ਗੱਲ ਕਰ ਰਹੇ ਸੀ। ਹੁਣ ਜੇ ਦੇਵੀਆਂ ਦੀ ਗੱਲ ਕਰੀਏ ਆਪਾਂ, ਇਹਨਾਂ ਦੇ ਸੰਬੰਧ ਵਿੱਚ ਵੀ ਸਾਨੂੰ ਕੁਝ ਉਦਾਹਰਨਾਂ ਮਿਲਦੀਆਂ ਹਨ। ਜਿਵੇਂ ਕਿ ਦੇਵੀ ਦੀ ਪੂਜਾ ਅਕਸਰ ਪੱਥਰ ਦੀ ਮੂਰਤੀ ਬਣਾ ਕੇ ਉਸ ਉੱਤੇ ਗੇਰੂ ਵਗੈਰਾ ਲਗਾ ਕੇ ਕੀਤੀ ਜਾਂਦੀ ਸੀ। ਦੇਵੀ ਨੂੰ ਪੁਰਾਣਾਂ ਦੇ ਅਨੁਸਾਰ ਮੁੱਖ ਭਗਵਾਨ ਦੀ ਪਤਨੀ ਮੰਨਿਆ ਜਾਂਦਾ ਸੀ। ਕਈ ਵਾਰ ਉਸਨੂੰ ਲਕਸ਼ਮੀ ਮੰਨ ਲਿਆ ਜਾਂਦਾ ਤੇ ਕਈ ਵਾਰ ਲਕਸ਼ਮੀ ਮੰਨ ਲਿਆ ਜਾਂਦਾ ਕਿ ਇਹ ਵਿਸ਼ਨੂੰ ਦੀ ਵਾਈਫ ਹੈ, ਤੇ ਕਈ ਵਾਰ ਉਸਨੂੰ ਪਾਰਵਤੀ ਮੰਨ ਲਿਆ ਜਾਂਦਾ ਕਿ ਇਹ ਸ਼ਿਵ ਦੀ ਵਾਈਫ ਹੈ। ਜੋ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਸੀ ਉਸਨੂੰ ਤਾਂਤਰਿਕ ਭਗਤੀ ਕਿਹਾ ਜਾਂਦਾ ਸੀ। ਇਹ ਵੀ ਤੁਹਾਨੂੰ ਕਈ ਵਾਰ ਕੁਐਸਚਨ ਪੁੱਛ ਲਿਆ ਜਾ ਸਕਦਾ ਹੈ ਕਿ ਦੇਵੀਆਂ ਦੀ ਜੋ ਪੂਜਾ ਕੀਤੀ ਜਾਂਦੀ ਸੀ ਉਸਨੂੰ ਕੀ ਕਿਹਾ ਜਾਂਦਾ ਸੀ? ਤਾਂਤਰਿਕ ਭਗਤੀ। ਇਹ ਪੂਜਾ ਦੇਸ਼ ਦੇ ਕਈ ਹਿੱਸਿਆਂ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਵੇਗੀ। ਇਹ ਸਭ ਲਈ ਖੁੱਲੀ ਹੁੰਦੀ ਸੀ ਤੇ ਇਸ ਸਮੇਂ ਜਾਤ-ਪਾਤ ਵੀ ਨਹੀਂ ਦੇਖੀ ਜਾਂਦੀ ਸੀ। ਜਦ ਵੀ ਦੇਵੀ ਦੀ ਪੂਜਾ ਕੀਤੀ ਜਾਂਦੀ, ਉਹ ਹਰ ਇੱਕ ਲਈ ਖੁੱਲੀ ਹੁੰਦੀ ਸੀ। ਉੱਥੇ ਕੋਈ ਵੀ ਪੂਜਾ ਕਰ ਸਕਦਾ ਸੀ, ਜਾਤ-ਪਾਤ ਨਹੀਂ ਵੇਖੀ ਜਾਂਦੀ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਵਿਚਾਰਾਂ ਤੋਂ ਸ਼ੈਵਿਜ਼ਮ ਤੇ ਬੁੱਧਿਜ਼ਮ ਵੀ ਪ੍ਰਭਾਵਿਤ ਹੋਏ ਸੀ। ਇਹ ਜੋ ਵੀ ਮਾਨਤਾਵਾਂ ਸੀ, ਆਉਣ ਵਾਲੀ ਸਦੀ ਵਿੱਚ ਇਹਨਾਂ ਨੂੰ ਹਿੰਦੂ ਦੇ ਨਾਮ ਨਾਲ ਜਾਣਿਆ ਗਿਆ। ਇਹ ਜਿੰਨਾਂ ਵੀ ਮਾਨਤਾਵਾਂ ਦੀ ਆਪਾਂ ਗੱਲ ਕਰ ਰਹੇ ਹਾਂ ਉੱਤੇ, ਕਿ ਜਿਸ ਤਰ੍ਹਾਂ ਇੱਥੇ ਵੀ ਔਰਤਾਂ ਨੂੰ ਵੀ ਦੇਵੀ ਦੀ ਪੂਜਾ ਹਰ ਇੱਕ ਵਿਅਕਤੀ ਕਰ ਸਕਦਾ ਸੀ,
ਜੋ ਵੀ ਇਸ ਤਰ੍ਹਾਂ ਦੀਆਂ ਮਾਨਤਾਵਾਂ ਸੀ, ਇਹਨਾਂ ਨੂੰ ਅੱਗੇ ਚੱਲ ਕੇ ਕੀ ਹੈ, ਹਿੰਦੂ ਦੇ ਨਾਮ ਨਾਲ ਜਾਣਿਆ ਗਿਆ। ਭਿੰਨਤਾ ਜੋ ਸਾਨੂੰ ਦੇਖਣ ਨੂੰ ਮਿਲਦੀ ਹੈ, ਉਹ ਵੈਦਿਕ ਤੇ ਪੁਰਾਣਿਕ ਟ੍ਰੈਡੀਸ਼ਨ ਵਿੱਚ ਬਹੁਤ ਜ਼ਿਆਦਾ ਸੀ। ਵੈਦਿਕ ਦੇਵਤੇ ਕਿਹੜੇ-ਕਿਹੜੇ ਸਨ? ਇੰਦਰ, ਅਗਨੀ, ਸੋਮ, ਇਹ ਬਹੁਤ ਹੀ ਘੱਟ ਦਿਸਦੇ ਹਨ ਸਾਨੂੰ ਟੈਕਸਚੁਅਲ ਜਾਂ ਵਿਜ਼ੂਅਲ ਮੂਰਤੀਆਂ ਵਗੈਰਾ ਦੇ ਵਿੱਚ। ਮੂਰਤੀਆਂ ਵੀ ਸਾਨੂੰ ਇਹਨਾਂ ਦੀਆਂ ਘੱਟ ਮਿਲਦੀਆਂ ਹਨ, ਇੰਦਰ ਦੀ, ਅਗਨੀ ਦੀ, ਸੋਮ ਦੀ, ਤੇ ਜਾਂ ਆਪਾਂ ਕਹਿ ਦਈਏ ਕਿ ਜੋ ਲਿਖਤੀ ਮਟੀਰੀਅਲ ਹੈ ਉਹ ਵੀ ਇਹਨਾਂ ਬਾਰੇ ਬਹੁਤ ਘੱਟ ਮਿਲਦਾ ਹੈ। ਜਦ ਕਿ ਵਿਸ਼ਨੂੰ ਜਾਂ ਸ਼ਿਵ ਦੀ ਝਲਕ ਹੈ ਜੋ ਸਾਨੂੰ, ਉਹ ਵੈਦਿਕ ਮੰਤਰਾਂ ਵਿੱਚ ਕਾਫੀ ਦੇਖਣ ਨੂੰ ਮਿਲਦੀ ਹੈ। ਵਿਸ਼ਨੂੰ ਬਾਰੇ ਵੀ ਵੈਦਿਕ ਮੰਤਰ ਕਾਫੀ ਹਨ, ਸ਼ਿਵ ਜੀ ਬਾਰੇ ਵੀ ਵੈਦਿਕ ਮੰਤਰ ਕਾਫੀ ਮਿਲ ਜਾਂਦੇ ਆ। ਪਰ ਜਿਵੇਂ ਮੈਂ ਗੱਲ ਕੀਤੀ, ਇੰਦਰ, ਅਗਨੀ ਅਤੇ ਸੋਮ, ਇਹਨਾਂ ਦੇਵਤਿਆਂ ਬਾਰੇ ਬਹੁਤ ਹੀ ਘੱਟ ਸਾਨੂੰ ਲਿਖਤਾਂ ਮਿਲੀਆਂ ਹਨ, ਤੇ ਮੂਰਤੀਆਂ ਵਗੈਰਾ ਵੀ ਇਹਨਾਂ ਦੀਆਂ ਕੀ ਆ, ਬਹੁਤ ਘੱਟ ਮਿਲੀਆਂ ਹਨ। ਜਦ ਕਿ ਪੁਰਾਣਿਕ ਜੋ ਮੈਥੋਲੋਜੀ ਵਿੱਚ ਇਹਨਾਂ ਦਾ ਰੋਲ ਬਹੁਤ ਘੱਟ ਰਿਹਾ ਹੈ। ਵੇਦਾਂ ਨੂੰ ਅੱਜ ਵੀ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕਈ ਵਾਰ ਮਤਭੇਦ ਵੀ ਹੋ ਜਾਂਦੇ ਸੀ। ਜੋ ਲੋਕ ਵੈਦਿਕ ਟ੍ਰੈਡੀਸ਼ਨ ਨੂੰ ਜ਼ਿਆਦਾ ਵੈਲਿਊ ਦਿੰਦੇ ਸੀ, ਉਹ ਕਈ ਵਾਰ ਅਜਿਹੀਆਂ ਪ੍ਰਥਾਵਾਂ ਨੂੰ ਨਕਾਰ ਵੀ ਦਿੰਦੇ ਸੀ ਜੋ ਭਗਵਾਨ ਨਾਲ ਮਿਲਾਉਣ ਦੀਆਂ ਪ੍ਰਥਾਵਾਂ, ਜਿਵੇਂ ਕਿ ਮੰਤਰ ਜਾਂ ਬਲਿਦਾਨ ਆਦਿ ਹੋ ਗਏ। ਇਹ ਮੰਨਿਆ ਜਾਂਦਾ ਸੀ ਕਿ ਮੰਤਰਾਂ ਦੁਆਰਾ ਜਾਂ ਬਲਿਦਾਨ ਦੁਆਰਾ ਭਗਵਾਨ ਦੇ ਨਾਲ ਮਿਲਾਇਆ ਜਾ ਸਕਦਾ ਹੈ, ਮੇਲ ਕੀਤਾ ਜਾ ਸਕਦਾ ਹੈ। ਤੇ ਜੇ ਕੁਝ ਪ੍ਰਥਾਵਾਂ ਇਹਨਾਂ ਦੇ ਨਾਲ ਮੇਲ ਨਾ ਖਾਂਦੀਆਂ, ਜਾਣੀ ਕਿ ਇਹਨਾਂ ਤੋਂ ਕੋਈ ਜ਼ਿਆਦਾ ਪਰੇ ਦੀਆਂ ਪ੍ਰਥਾਵਾਂ ਹੁੰਦੀਆਂ, ਤਾਂ ਉਹ ਉਹਨਾਂ ਨੂੰ ਨਕਾਰ ਦਿੰਦੇ ਸਨ। ਜੋ ਵੈਦਿਕ ਲੋਕ ਸਨ, ਉਹ ਉਹਨਾਂ ਪ੍ਰਥਾਵਾਂ ਨੂੰ ਨਕਾਰ ਦਿੰਦੇ ਜੋ ਜਿਵੇਂ ਮੰਤਰ ਜਾਂ ਬਲਿਦਾਨ ਤੋਂ ਵੀ ਪਰੇ ਦੀਆਂ ਕੋਈ ਪ੍ਰਥਾਵਾਂ ਹੁੰਦੀਆਂ, ਉਹਨਾਂ ਨੂੰ ਵੈਦਿਕ ਲੋਕ ਨਾ ਮੰਨਦੇ। ਕੁਝ ਲੋਕ ਹੁਣ ਤੰਤਰ ਵਿੱਦਿਆ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਸੀ, ਤੇ ਉਹ ਵੇਦਾਂ ਦੀ ਮਾਨਤਾ ਨੂੰ ਨਕਾਰ ਦਿੰਦੇ। ਭਗਤ ਆਪਣੇ ਭਗਵਾਨ, ਜਿਵੇਂ ਕਿ ਸ਼ਿਵ ਜਾਂ ਵਿਸ਼ਨੂੰ ਜੋ ਵੀ ਹੋਵੇ, ਉਸ ਨੂੰ ਸਰਵਉੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀ। ਹੋਰਾਂ ਟ੍ਰੈਡੀਸ਼ਨ ਦੇ ਨਾਲ ਵੀ ਟੈਨਸ਼ਨ ਇਹਨਾਂ ਦੀ ਬਣੀ ਹੀ ਰਹਿੰਦੀ ਸੀ, ਜਿਵੇਂ ਬੁੱਧਿਜ਼ਮ ਹੋ ਗਿਆ ਜਾਂ ਜੈਨਿਜ਼ਮ ਹੋ ਗਿਆ, ਇਹਨਾਂ ਨਾਲ ਵੀ ਇਹਨਾਂ ਦੇ ਮਤਭੇਦ ਬਣੇ ਹੀ ਰਹਿੰਦੇ ਸੀ। ਜਿਸ ਪੀਰੀਅਡ ਦੀ ਆਪਾਂ ਗੱਲ ਕਰ ਰਹੇ ਹਾਂ, ਭਗਤੀ ਉਸ ਤੋਂ ਵੀ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਹੀ ਚੱਲੀ ਆ ਰਹੀ ਸੀ। ਭਗਤੀ ਤਾਂ ਉਸ ਤੋਂ ਪਹਿਲਾਂ ਹਜ਼ਾਰਾਂ ਸਾਲ ਹੀ ਚੱਲੀ ਆ ਰਹੀ ਸੀ। ਇਸ ਸਮੇਂ ਭਗਤੀ ਲਗਾਤਾਰ ਮੰਦਰਾਂ ਵਿੱਚ ਜਾ ਕੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ, ਜਾਂ ਭਗਤ ਭਗਤੀ ਦੇ ਵਿੱਚ ਇੰਨੇ ਮਗਨ ਹੋ ਜਾਂਦੇ ਕਿ ਉਹ ਸਮਾਧੀ ਦੀ ਪੋਜੀਸ਼ਨ ਵਿੱਚ ਹੀ ਚਲੇ ਜਾਂਦੇ ਸਨ। ਇਸ ਤਰ੍ਹਾਂ ਦੀ ਭਗਤੀ ਉਹ ਮਿਊਜ਼ੀਕਲ ਕੰਪੋਜੀਸ਼ਨ ਵਿੱਚ ਗਾ ਕੇ ਕਰਦੇ ਸਨ। ਖਾਸ ਤੌਰ ਤੇ ਵਿਸ਼ਨੂੰ ਤੇ ਸ਼ਿਵ ਦੀ ਭਗਤੀ ਇਸ ਤਰ੍ਹਾਂ ਕੀਤੀ ਜਾਂਦੀ ਸੀ ਕਿ ਮਿਊਜ਼ੀਕਲ ਕੰਪੋਜੀਸ਼ਨ ਹੁੰਦੀਆਂ ਸੀ, ਤਾਂ ਇਸ ਤਰੀਕੇ ਨਾਲ ਸ਼ਿਵ ਜੀ ਅਤੇ ਵਿਸ਼ਨੂੰ ਦੀ ਭਗਤੀ ਕੀਤੀ ਜਾਂਦੀ। ਪੋਇਮਸ ਆਫ ਪ੍ਰੇਅਰਸ, ਅਰਲੀ ਟ੍ਰੈਡੀਸ਼ਨਸ ਆਫ ਭਗਤੀ। ਜਿੱਥੇ ਇੱਕ ਪਾਸੇ ਅਲੱਗ-ਅਲੱਗ ਕਿਸਮ ਦੀ ਭਗਤੀ ਕੀਤੀ ਜਾ ਰਹੀ ਸੀ, ਉੱਥੇ ਦੂਜੇ ਪਾਸੇ ਪੋਇਟ ਸੇਂਟਸ ਵੀ ਉੱਭਰ ਰਹੇ ਸਨ। ਹੁਣ ਪੋਇਟ ਸੇਂਟਸ ਜੋ ਸਨ, ਉਹ ਵੀ ਕਾਫੀ ਉੱਭਰ ਰਹੇ ਸਨ, ਤੇ ਉਹਨਾਂ ਦੇ ਦੁਆਲੇ ਭਗਤਾਂ ਦਾ ਕੀ ਇੱਕ ਸਮਾਜ ਜਿਹਾ ਬਣਦਾ ਜਾ ਰਿਹਾ ਸੀ। ਜਿੱਥੇ ਇੱਕ ਪਾਸੇ ਬ੍ਰਾਹਮਣ ਗੌਡ ਤੇ ਭਗਤ ਦੇ ਵਿਚਕਾਰ ਇੱਕ ਮਾਧਿਅਮ ਮੰਨੇ ਜਾਂਦੇ ਸੀ ਕਿ ਬ੍ਰਾਹਮਣ ਹੀ ਕਿਸੇ ਵਿਅਕਤੀ ਨੂੰ ਗੌਡ ਦੇ ਨਾਲ ਮਿਲਾ ਸਕਦੇ ਆ, ਇਸ ਤਰ੍ਹਾਂ ਮੰਨਿਆ ਜਾਂਦਾ ਸੀ। ਬਹੁਤ ਸਾਰੀਆਂ ਭਗਤੀ ਦੀਆਂ ਕਿਸਮਾਂ ਵਿੱਚ ਉੱਥੇ ਦੂਜੇ ਪਾਸੇ ਹੁਣ ਬਹੁਤੇ ਲੋਕ ਇਹੀ ਮੰਨਦੇ ਸੀਗੇ ਕਿ ਜੋ ਬ੍ਰਾਹਮਣ ਹੈ ਉਹੀ ਗੌਡ ਦੇ ਨਾਲ ਮਿਲਾ ਸਕਦੇ ਆ ਆਮ ਵਿਅਕਤੀ ਨੂੰ। ਤੇ ਦੂਜੇ ਪਾਸੇ ਜੋ ਪੋਇਟ ਸੇਂਟਸ, ਇਹਨਾਂ ਨੇ ਔਰਤਾਂ ਤੇ ਨੀਵੀਂ ਜਾਤੀ ਦੇ ਜੋ ਲੋਕ ਸਨ, ਜਿਨ੍ਹਾਂ ਨੂੰ ਬ੍ਰਾਹਮਣੀਕਲ ਫਰੇਮਵਰਕ ਵਿੱਚ ਐਲੀਜੀਬਲ ਨਹੀਂ ਮੰਨਿਆ ਜਾਂਦਾ ਸੀ, ਉਹ ਲੋਕ ਜੋ ਸਨ ਇਹਨਾਂ ਪ੍ਰਤੀ ਜ਼ਿਆਦਾ ਆਕਰਸ਼ਿਤ ਹੋਏ। ਜੋ ਪੋਇਟ ਸੇਂਟਸ ਸਨ, ਪੋਇਟ ਸੇਂਟਸ ਦੇ ਵੱਲ ਜ਼ਿਆਦਾ ਆਕਰਸ਼ਿਤ ਹੋਏ ਅਜਿਹੇ ਲੋਕ ਜਿਨ੍ਹਾਂ ਨੂੰ ਕੀ ਹੈ, ਬ੍ਰਾਹਮਣੀਕਲ ਫਰੇਮਵਰਕ ਦੇ ਵਿੱਚ ਕੀ ਹੈ, ਮਾਨਤਾ ਨਹੀਂ ਮਿਲਦੀ ਸੀ। ਜਿਵੇਂ ਕਿ ਔਰਤਾਂ ਹੋ ਗਈਆਂ ਜਾਂ ਕੋਈ ਨੀਵੀਂ ਜਾਤੀ ਦੇ ਲੋਕ ਹੋ ਗਏ, ਉਹਨਾਂ ਨੂੰ ਬ੍ਰਾਹਮਣ ਆਪਣੇ ਤੋਂ ਨੀਵਾਂ ਮੰਨਦੇ ਸੀ, ਤੇ ਪੋਇਟ ਸੇਂਟਸ ਨੇ ਕੀ ਆ, ਉਹਨਾਂ ਨੂੰ ਵੀ ਪੂਰਾ ਮਾਨ ਸਨਮਾਨ ਦਿੱਤਾ। ਇਹ ਜਿਹੇ ਲੋਕ ਕੀ ਸੀਗੇ, ਜੋ ਇਹ ਦਬੇ ਕੁਚਲੇ ਲੋਕ ਸਨ, ਇਹ ਕੀ ਹੈ, ਪੋਇਟ ਸੇਂਟਸ ਦੇ ਵੱਲ ਜ਼ਿਆਦਾ ਆਕਰਸ਼ਿਤ ਹੋਏ। ਇਸ ਤਰ੍ਹਾਂ ਭਗਤਾਂ ਦੇ ਟ੍ਰੈਡੀਸ਼ਨ ਵਿੱਚ ਬਹੁਤ ਜ਼ਿਆਦਾ ਭਿੰਨਤਾ ਆਈ। ਇੱਥੇ ਹਿਸਟੋਰੀਅਨਸ ਇੱਕ ਹੋਰ ਲੈਵਲ ਉੱਤੇ ਜੋ ਭਗਤੀ ਟ੍ਰੈਡੀਸ਼ਨ ਨੂੰ ਦੋ ਹੋਰ ਕੈਟੇਗਰੀਜ਼ ਵਿੱਚ ਕਲਾਸੀਫਾਈ ਕਰਦੇ ਹਨ। ਇੱਕ ਹੈ ਸ਼ਗੁਨ ਤੇ ਦੂਸਰਾ ਹੈ ਨਿਰਗੁਣ, ਭਾਵ ਇੱਕ ਗੁਣ ਵਾਲਾ ਤੇ ਦੂਜਾ ਬਿਨਾਂ ਗੁਣ ਵਾਲਾ। ਸ਼ਗੁਨ ਮੁੱਖ ਦੇਵੀ ਦੇਵਤੇ ਦੀ ਭਗਤੀ ਉੱਤੇ ਜ਼ਿਆਦਾ ਫੋਕਸ ਕਰਦੇ ਸਨ, ਜਿਵੇਂ ਕਿ ਸ਼ਿਵ, ਵਿਸ਼ਨੂੰ, ਜਾਂ ਫਿਰ ਜੋ ਉਹਨਾਂ ਦੇ ਅਵਤਾਰ ਹੋਏ ਹਨ, ਜਾਂ ਦੇਵੀਆਂ ਆਦਿ ਜੋ ਹਿਊਮਨ ਲਾਈਕ ਫਾਰਮ ਵਿੱਚ ਸਨ, ਮਨੁੱਖ ਵਰਗੀ ਫਾਰਮ ਵਿੱਚ ਸਨ। ਦੇਵੀਆਂ ਹੋ ਗਈਆਂ, ਦੇਵਤੇ ਹੋ ਗਏ, ਵਿਸ਼ਨੂੰ, ਸ਼ਿਵ, ਇਹਨਾਂ ਦੀ ਪੂਜਾ ਕਰਦੇ ਸਨ, ਇਹਨਾਂ ਉੱਤੇ ਜ਼ਿਆਦਾ ਫੋਕਸ ਕਰਦੇ ਸਨ। ਜੋ ਇਹ ਨਿਰਗੁਣ ਸਨ ਤੇ
ਸ਼ਗੁਨ ਸਨ। ਨਿਰਗੁਣ ਭਗਤੀ ਵਾਲੇ ਲੋਕ ਜੋ ਸ਼ਗੁਨ ਸਨ ਉਹ ਕੀ ਹੈ, ਸ਼ਿਵ ਵਿਸ਼ਨੂੰ ਅਤੇ ਦੇਵੀਆਂ ਦੀ ਪੂਜਾ ਕਰਦੇ ਸਨ। ਪਰ ਜੋ ਨਿਰਗੁਣ ਸਨ, ਇਸ ਤੋਂ ਉਲਟ ਨਿਰਗੁਣ ਜੋ ਸਨ ਉਹ ਲੋਕ ਅਦ੍ਰਿਸ਼ ਗੋਡ ਦੀ ਪੂਜਾ ਕਰਦੇ ਸਨ। ਉਹ ਕਿਸੇ ਹਿਊਮਨ ਫਿਗਰ ਦੀ ਪੂਜਾ ਨਹੀਂ ਕਰਦੇ ਸਨ, ਬਲਕਿ ਅਦ੍ਰਿਸ਼ ਨਾ ਦਿਸਦੇ ਗੋਡ ਦੀ ਪੂਜਾ ਕਰਦੇ ਸਨ ਉਹ ਨਿਰਗੁਣ। 2.1 ਦ ਅਲਵਰਜ਼ ਐਂਡ ਨਿਆਨਾਰਜ਼ ਆਫ ਤਾਮਿਲਨਾਡੂ। ਹੁਣ ਅਲਵਰਜ਼ ਅਤੇ ਨਿਆਨਾਰਜ਼ ਬਾਰੇ ਕੁਐਸਚਨ ਅਕਸਰ ਹੀ ਪੁੱਛਿਆ ਜਾਂਦਾ ਹੈ। ਇਸ ਦੇ ਬਾਰੇ ਆਪਾਂ ਪੜ੍ਹਦੇ ਹਾਂ ਕਿ ਕੌਣ ਸਨ। ਕੁਝ ਭਗਤੀ ਮੂਵਮੈਂਟਸ ਦੀ ਅਗਵਾਈ ਸ਼ੁਰੂਆਤ ਵਿੱਚ ਲਗਭਗ 6ਵੀਂ ਸਦੀ ਵਿੱਚ ਅਲਵਰਜ਼ ਨੇ ਕੀਤੀ ਸੀ। ਅਲਵਰ ਜ਼ਿਆਦਾਤਰ ਵਿਸ਼ਨੂੰ ਭਗਵਾਨ ਦੇ ਭਗਤ ਸੀ। ਦੂਸਰੇ ਪਾਸੇ ਜੋ ਨਿਆਨਾਰਜ਼ ਸੀ ਉਹ ਸ਼ਿਵ ਜੀ ਦੇ ਭਗਤ ਸਨ। ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਤੇ ਤਾਮਿਲ ਭਾਸ਼ਾ ਵਿੱਚ ਭਜਨ ਗਾਉਂਦੇ ਸਨ, ਤਾਂ ਜੋ ਆਪਣੇ ਭਗਵਾਨ ਦੀ ਪ੍ਰਸ਼ੰਸਾ ਨੂੰ ਹੋਰ ਲੋਕਾਂ ਤੱਕ ਇਹ ਪਹੁੰਚਾ ਸਕਣ। ਤਾਮਿਲ ਭਾਸ਼ਾ ਦੇ ਵਿੱਚ ਇਹ ਭਜਨ ਗਾਇਆ ਕਰਦੇ ਸਨ। ਇਸ ਤਰ੍ਹਾਂ ਜਦ ਉਹ ਘੁੰਮ ਘੁੰਮ ਕੇ ਭਜਨ ਗਾਉਂਦੇ ਸੀ ਤਾਂ ਉਹਨਾਂ ਕੁਝ ਮੰਦਿਰ ਅਜਿਹੇ ਚੁਣੇ ਉਹਨਾਂ ਨੇ, ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਆਪਣੇ ਦੇਵੀ ਦੇਵਤਿਆਂ ਦਾ ਕੀ ਹੈ, ਇੱਕ ਮੰਦਿਰ ਮੰਨ ਲਿਆ। ਆਪਣੇ ਦੇਵੀ ਦੇਵਤਿਆਂ ਦਾ ਇੱਕ ਘਰ ਉਹਨਾਂ ਨੇ ਉਸਨੂੰ ਮੰਨ ਲਿਆ। ਬਾਅਦ ਵਿੱਚ ਹੋਰ ਵੱਡੇ ਵੱਡੇ ਮੰਦਿਰ ਬਣਵਾ ਦਿੱਤੇ ਗਏ। ਇਹਨਾਂ ਪਵਿੱਤਰ ਥਾਵਾਂ ਉੱਤੇ ਹੀ ਇਹ ਮੰਦਿਰ ਬਣਵਾਏ ਗਏ, ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਦੇਵੀ ਦੇਵਤਿਆਂ ਦਾ ਘਰ ਮੰਨਿਆ ਸੀ। ਉੱਥੇ ਹੀ ਇਹਨਾਂ ਨੇ ਹੋਰ ਮੰਦਿਰ ਵੀ ਬਣਵਾਏ ਅਤੇ ਇਹਨਾਂ ਨੂੰ ਪਵਿੱਤਰ ਥਾਵਾਂ ਦਾ ਦਰਜਾ ਇਹਨਾਂ ਨੇ ਦੇ ਦਿੱਤਾ। ਤੇ ਹੌਲੀ ਹੌਲੀ ਇਹ ਭਗਤੀ ਦਾ ਇੱਕ ਕੇਂਦਰ ਹੀ ਬਣ ਗਏ। ਜੋ ਇਹ ਪੋਇਟ ਸੇਂਟਸ ਗਾ ਗਾ ਕੇ ਭਗਤੀ ਕਰਦੇ ਸਨ, ਤਾਂ ਇਹਨਾਂ ਮੰਦਿਰਾਂ ਦਾ ਇਹ ਇੱਕ ਰਿਵਾਜ ਹੀ ਬਣ ਗਿਆ ਕਿ ਜੋ ਇਹ ਕੰਪੋਜੀਸ਼ਨ ਹਨ ਉਹ ਗਾਈਆਂ ਹੀ ਜਾਣ। ਇਦੋਂ ਅੱਗੇ ਵੀ ਕੀ ਹੈ, ਅੱਗੇ ਦੀ ਅੱਗੇ ਜੋ ਵੀ ਉਹ ਗਾਉਂਦੇ ਸਨ, ਅੱਗੇ ਦੀ ਅੱਗੇ ਵੀ ਕੀ ਹੈ, ਉਹ ਗਾ ਕੇ ਹੀ ਮੰਦਿਰਾਂ ਦੇ ਵਿੱਚ ਕੀ ਆ ਉਹਨਾਂ ਨੂੰ ਪੇਸ਼ ਕੀਤਾ ਜਾਵੇ। ਭਗਵਾਨ ਦੇ ਨਾਲ ਨਾਲ ਉਹ ਸੰਤਾਂ ਦੀਆਂ ਜੋ ਇਮੇਜਸ ਹੁੰਦੀਆਂ ਸਨ, ਮੂਰਤੀਆਂ ਹੁੰਦੀਆਂ ਸਨ, ਉਹਨਾਂ ਦੀ ਵੀ ਪੂਜਾ ਕਰਦੇ ਸਨ। 2.2 ਐਟੀਟਿਊਡ ਟੁਵਾਰਡਸ ਕਾਸਟ। ਜਾਤੀ ਦੇ ਪ੍ਰਤੀ ਰਵੱਈਆ। ਕੁਝ ਹਿਸਟੋਰੀਅਨਸ ਮੰਨਦੇ ਹਨ ਕਿ ਅਲਵਰਜ਼ ਤੇ ਨਿਆਨਾਰ ਨੇ ਇੱਕ ਅਜਿਹੀ ਮੂਵਮੈਂਟ ਦੀ ਸ਼ੁਰੂਆਤ ਕੀਤੀ ਸੀ ਜੋ ਕਾਸਟ ਸਿਸਟਮ ਦੇ ਖਿਲਾਫ ਸੀ, ਤੇ ਨਾਲ ਹੀ ਜੋ ਬ੍ਰਾਹਮਣਾਂ ਦਾ ਦਬਦਬਾ ਸੀ ਉਸ ਦੇ ਵੀ ਖਿਲਾਫ ਸੀ ਇਹ। ਜਾਂ ਘੱਟੋ ਘੱਟ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਸਿਸਟਮ ਨੂੰ ਬਦਲਣ ਦੀ ਇੱਕ ਕੋਸ਼ਿਸ਼ ਕੀਤੀ ਸੀ। ਇਸ ਦਾ ਸਬੂਤ ਸਾਨੂੰ ਇਸ ਗੱਲ ਤੇ ਵੀ ਮਿਲਦਾ ਹੈ ਕਿ ਜੋ ਇਹਨਾਂ ਦੇ ਭਗਤ ਸਨ ਉਹ ਅਲੱਗ-ਅਲੱਗ ਬੈਕਗਰਾਉਂਡਸ ਤੋਂ ਸਨ, ਚਾਹੇ ਉਹ ਕਿਸਾਨ ਹੋਵੇ, ਬ੍ਰਾਹਮਣ ਹੋਵੇ ਜਾਂ ਕਾਰੀਗਰ ਹੋਵੇ ਜਾਂ ਕਿਸੇ ਵੀ ਜਾਤੀ ਦੇ ਨਾਲ ਸੰਬੰਧਿਤ ਹੋਵੇ, ਸਾਰੇ ਹੀ ਇਹਨਾਂ ਦੇ ਭਗਤ ਸਨ। ਜਿਸ ਨੂੰ ਅਸੀਂ ਅਛੂਤ ਵੀ ਮੰਨ ਲੈਂਦੇ ਹਾਂ, ਉਹ ਵੀ ਇਹਨਾਂ ਦੇ ਭਗਤ ਸਨ, ਅਲਵਰਜ਼ ਤੇ ਨਿਆਨਾਰ ਦੇ। ਹੁਣ ਜੋ ਵੀ ਇਹੀ ਇਹਨਾਂ ਦੀ ਇੱਕ ਇੰਪੋਰਟੈਂਸ ਵੀ ਦੇਖਣ ਨੂੰ ਸਾਨੂੰ ਮਿਲਦੀ ਹੈ ਕਿ ਉਹ ਆਪਣੀਆਂ ਕੰਪੋਜੀਸ਼ਨ ਨੂੰ ਜੋ ਕੀ ਹੈ ਵੇਦਾਂ ਜਿੰਨਾ ਹੀ ਇਹ ਇੰਪੋਰਟੈਂਟ ਮੰਨਦੇ ਸਨ। ਜੋ ਵੀ ਇਹਨਾਂ ਦੀਆਂ ਸਿੱਖਿਆਵਾਂ ਸਨ, ਕੰਪੋਜੀਸ਼ਨ ਸਨ, ਉਹਨਾਂ ਨੂੰ ਵੇਦਾਂ ਜਿੰਨਾ ਹੀ ਇਹ ਇੰਪੋਰਟੈਂਟ ਮੰਨਦੇ ਸਨ। ਜਿਵੇਂ ਕਿ ਅਲਵਰਜ਼ ਦੀ ਇੱਕ ਕੰਪੋਜੀਸ਼ਨ ਹੈ ਦਿਵਿਆ ਪ੍ਰਬੰਧਮ। ਦਿਵਿਆ ਪ੍ਰਬੰਧਮ ਕਿਹਦੀ ਇਹ ਕੰਪੋਜੀਸ਼ਨ ਹੈ? ਇੱਕ ਅਲਵਰਜ਼ ਦੀ। ਉਸਨੂੰ ਤਾਮਿਲ ਵੇਦ ਵੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਉਹ ਦਾਅਵਾ ਕਰਦੇ ਹਨ ਕਿ ਜਿਸ ਤਰ੍ਹਾਂ ਸੰਸਕ੍ਰਿਤ ਵਿੱਚ 4 ਵੇਦ ਮਹੱਤਵਪੂਰਨ ਹਨ, ਉਸੇ ਤਰ੍ਹਾਂ ਸਾਡਾ ਦਿਵਿਆ ਪ੍ਰਬੰਧਮ ਵੀ ਹੈ ਜੋ ਉਸੇ ਤਰ੍ਹਾਂ ਹੀ ਮਹੱਤਵਪੂਰਨ ਹੈ। 2.3 ਵਿਮਨ ਡਿਵੋਟੀਜ਼। ਔਰਤਾਂ ਵੀ ਸਨ ਇਸ ਤਰ੍ਹਾਂ ਜੋ ਭਗਤੀ ਕਰਦੀਆਂ ਸਨ। ਇੱਕ ਹੋਰ ਮਹੱਤਵਪੂਰਨ ਸਾਨੂੰ ਤੱਥ ਜੋ ਇਹ ਮਿਲਿਆ ਹੈ ਇਸ ਟ੍ਰੈਡੀਸ਼ਨ ਦਾ, ਉਹ ਇਹ ਹੈ ਕਿ ਇਸ ਵਿੱਚ ਵਿਮਨ ਦੀ ਪ੍ਰੈਜ਼ੈਂਸ ਵੀ ਦੇਖਣ ਨੂੰ ਸਾਨੂੰ ਮਿਲਦੀ ਹੈ। ਉਦਾਹਰਨ ਦੇ ਤੌਰ ਤੇ ਇੱਕ ਔਰਤ ਅਲਵਰ ਸੀ, ਉਸਦੀ ਇੱਕ ਕੰਪੋਜੀਸ਼ਨ ਸੀ ਅੰਡਲ। ਉਸਦੀ ਕੰਪੋਜੀਸ਼ਨ ਦਾ ਨੇਮ ਹੈ ਇਹ ਅੰਡਲ। ਇਹ ਬਹੁਤ ਜ਼ਿਆਦਾ ਗਾਈ ਜਾਂਦੀ ਸੀ ਉਸ ਸਮੇਂ। ਅੰਡਲ ਖੁਦ ਵੀ ਆਪਣੇ ਆਪ ਨੂੰ ਵਿਸ਼ਨੂੰ ਦੀ ਕੀ ਹੈ ਇਹ ਖੁਦ ਆਪਣੇ ਆਪ ਨੂੰ ਵਿਸ਼ਨੂੰ ਦੀ ਭਗਤ ਮੰਨਦੀ ਸੀ ਤੇ ਉਸਦੇ ਭਜਨਾਂ ਵਿੱਚ ਭਗਵਾਨ ਦੇ ਪ੍ਰਤੀ ਉਸਦਾ ਪਿਆਰ ਝਲਕਦਾ ਸੀ। ਹੋਰ ਇੱਕ ਭਗਤ ਹੋਈ ਹੈ ਕਰਿਆਕਲ ਅਮਾਇਰ। ਇਹ ਸ਼ਿਵ ਜੀ ਦੀ ਭਗਤ ਸੀ। ਇਸਨੇ ਪੂਰੀ ਤਰ੍ਹਾਂ ਸੰਨਿਆਸ ਦਾ ਰਸਤਾ ਅਪਣਾ ਲਿਆ ਸੀ ਤਾਂ ਕਿ ਉਹ ਆਪਣੇ ਲਕਸ਼ ਨੂੰ ਪ੍ਰਾਪਤ ਕਰ ਸਕੇ। ਉਸ ਦੀਆਂ ਕੰਪੋਜੀਸ਼ਨ ਨਿਆਨਾਰ ਜੋ ਟ੍ਰੈਡੀਸ਼ਨ ਹੈ ਉਸ ਵਿੱਚ ਪ੍ਰੀਜ਼ਰਵ ਕਰਕੇ ਰੱਖੀਆਂ ਗਈਆਂ ਹਨ, ਸਾਂਭ ਕੇ ਰੱਖੀਆਂ ਗਈਆਂ ਹਨ। ਇਸਨੇ ਸਮਾਜਿਕ ਬੰਧਨਾਂ ਨੂੰ ਬਿਲਕੁਲ ਤਿਆਗ ਦਿੱਤਾ ਸੀ, ਪਰ ਕੋਈ ਹੋਰ ਰਸਤਾ ਵੀ ਇਸਨੇ ਨਾ ਚੁਣਿਆ ਤੇ ਇੱਕ ਨਨ ਬਣ ਗਈ ਸੀ। ਜਿਸ ਤਰ੍ਹਾਂ ਆਪਾਂ ਜੀਵਨ ਨੂੰ ਬਿਲਕੁਲ ਤਿਆਗ ਕੇ ਕੀ ਆ ਸਾਧਵੀ ਬਣ ਜਾਈਏ, ਇਸ ਤਰ੍ਹਾਂ ਕੀ ਆ ਉਹ ਇੱਕ ਨਨ ਬਣ ਗਈ ਸੀ। ਇਹਨਾਂ ਦੀਆਂ ਜੋ ਕੰਪੋਜੀਸ਼ਨ ਮੈਡ ਮੇਡ ਸੰਸਾਰ ਲਈ ਕੀ ਹੈ ਇੱਕ ਤਰ੍ਹਾਂ ਨਾਲ ਇੱਕ ਚੈਲੰਜ ਹੀ ਹਨ।
Okay, students, we will continue this chapter in our next video lecture. I hope you are liking this Punjabi explanation. Thanks.